ਹੈਲੋ ਸਤਿ ਸ਼੍ਰੀ ਅਕਾਲ ਵੈਲਕਮ ਟੂ ਪੰਜਾਬ ਸਕਸੈਸ ਅਕੈਡਮੀ। ਅੱਜ ਆਪਾਂ ਕਰ ਰਹੇ ਹਾਂ ਸਟਾਰਟ ਨਿਊ ਪੋਲਿਟੀ MCQ ਸੀਰੀਜ਼। ਠੀਕ ਹੈ, ਇਸ MCQ ਸੀਰੀਜ਼ ਦੇ ਵਿੱਚ ਆਪਾਂ ਤੁਹਾਨੂੰ ਪੋਲਿਟੀ ਮਤਲਬ ਇੱਕ ਤਰ੍ਹਾਂ ਨਾਲ ਪੋਲਿਟੀ ਵੀ ਕੰਪਲੀਟ ਕਰਵਾ ਦਾਂਗੇ। ਹਰ ਇੱਕ ਕੁਐਸਚਨ ਦੀ ਤੁਹਾਨੂੰ ਡਿਟੇਲ ਦੇ ਵਿੱਚ ਐਕਸਪਲੇਨੇਸ਼ਨ ਦਿੱਤੀ ਜਾਵੇਗੀ, ਜੋ ਕਿ ਤੁਹਾਨੂੰ ਪੋਲਿਟੀ ਨੂੰ ਕੰਪਲੀਟ ਕਰਨ ਦੇ ਵਿੱਚ ਤੁਹਾਡੀ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਕਰੂਗੀ। ਠੀਕ ਹੈ, ਇਸ ਤੋਂ ਪਹਿਲਾਂ ਚੈਨਲ ਦੇ ਉੱਤੇ ਮੇਰੀਆਂ ਪਰਸੈਂਟੇਜ ਐਵਰੇਜ ਤੇ ਰੇਸ਼ੋ ਦੀਆਂ ਵੀਡੀਓਜ਼ ਆ ਚੁੱਕੀਆਂ, ਉਹ ਵੀਡੀਓ ਤੁਸੀਂ ਜ਼ਰੂਰ ਦੇਖ ਲੈਣਾ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਠੀਕ ਹੈ, ਚਲੋ ਆਪਾਂ ਪੋਲਿਟੀ ਦੀ ਸੀਰੀਜ਼ ਸਟਾਰਟ ਕਰ ਰਹੇ ਹਾਂ। 300 ਕੁਐਸਚਨ ਦੀ ਸੀਰੀਜ਼ ਹੈ ਇਹ। ਠੀਕ ਹੈ, ਕੁਝ ਪਾਰਟਾਂ ਦੇ ਵਿੱਚ ਆਊਗੀ, ਸਾਰੇ ਪਾਰਟ ਤੁਸੀਂ ਦੇਖਣੇ ਆ ਜਿਹਦੇ ਵਿੱਚ ਤੁਹਾਨੂੰ ਪੂਰੀ ਜ਼ਿਆਦਾ ਡਿਟੇਲ ਦਿੱਤੀ ਜਾਵੇਗੀ। ਠੀਕ ਹੈ ਜੀ, ਹੁਣ ਆਪਾਂ ਸਟਾਰਟ ਕਰਦੇ ਹਾਂ ਕੁਐਸਚਨ ਫਸਟ। ਹੁਣ ਕੀ ਕਹਿੰਦਾ ਇਹ ਕੁਐਸਚਨ ਫਸਟ ਦੇ ਵਿੱਚ, ਕਹਿੰਦਾ ਮਤਲਬ ਪਾਰਟ ਕਿਹੜਾ 18 ਆਫ ਦਾ ਕਨਸਟੀਟਿਊਸ਼ਨ ਡੀਲਸ ਵਿਦ। 18 ਪਾਰਟ ਹੈ ਜਿਹੜਾ ਕਾਹਦੇ ਵਿੱਚ ਡੀਲ ਕਰਦਾ, 18 ਪਾਰਟ ਹੈ ਜਿਹੜਾ ਆਪਣਾ ਕਾਹਦੇ ਵਿੱਚ ਡੀਲ ਕਰਦਾ, ਐਮਰਜੈਂਸੀ ਪ੍ਰੋਵੀਜ਼ਨ ਦੇ ਵਿੱਚ। ਹੁਣ ਇਹ ਪਾਰਟ ਹੈ ਜਿਹੜਾ ਆਪਣਾ ਕਾਹਦੇ ਵਿੱਚ ਡੀਲ ਕਰਦਾ, ਐਮਰਜੈਂਸੀ ਪ੍ਰੋਵੀਜ਼ਨ ਦੇ ਵਿੱਚ। ਤੇ ਹੁਣ ਆਪਣੀ ਐਮਰਜੈਂਸੀ ਜੀ ਕਿੰਨੇ ਤਰ੍ਹਾਂ ਦੀਆਂ, 3 ਟਾਈਪ ਆਫ ਐਮਰਜੈਂਸੀਜ਼ ਹੈ। ਸਟੇਟ ਐਮਰਜੈਂਸੀ ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਪ੍ਰੈਜ਼ੀਡੈਂਟ ਰੂਲ। ਦੂਸਰੀ ਕਿਹੜੀ ਹੈ, ਨੈਸ਼ਨਲ ਐਮਰਜੈਂਸੀ। ਠੀਕ ਹੈ, ਤੇ ਤੀਜੀ ਕਿਹੜੀ ਐਮਰਜੈਂਸੀ ਹੈ, ਫਾਈਨੈਂਸ਼ੀਅਲ ਐਮਰਜੈਂਸੀ। ਠੀਕ ਹੈ, ਆਪਣੀਆਂ ਕਿੰਨੇ ਤਰ੍ਹਾਂ ਦੀਆਂ ਐਮਰਜੈਂਸੀਆਂ, 3 ਤਰ੍ਹਾਂ ਦੀਆਂ। ਠੀਕ ਹੈ, ਤੇ ਜਿਹੜੀ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ ਹੈ ਇਹ ਆਪਣੀ ਕਦੇ ਵੀ ਦੇਸ਼ ਦੇ ਵਿੱਚ ਲਾਗੂ ਨਹੀਂ ਹੋਈ। ਇਹ ਕਾਹਦੇ ਨਾਲ ਸੰਬੰਧਿਤ ਹੈ, ਇਹ ਰੁਪਏ ਨਾਲ ਮਤਲਬ ਪੈਸੇ ਨਾਲ ਸੰਬੰਧਿਤ ਹੈ। ਠੀਕ ਹੈ, ਜੇ ਕੋਈ ਮਤਲਬ ਫਾਈਨੈਂਸ਼ੀਅਲ ਕ੍ਰਾਈਸਿਸ ਆ ਜੇ ਦੇਸ਼ ਦੇ ਵਿੱਚ, ਉਦੋਂ ਇਹ ਐਮਰਜੈਂਸੀ ਕੀ ਲਗਾਈ ਜਾਂਦੀ ਆ। ਰੀਸੈਂਟਲੀ ਹੁਣ ਸ਼੍ਰੀਲੰਕਾ ਦੇ ਵਿੱਚ ਕੀ ਆ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਨਾ, ਉੱਥੇ ਕਿਹੜੀ ਐਮਰਜੈਂਸੀ ਉਹਨਾਂ ਨੇ ਲਗਾਈ ਸੀ, ਫਾਈਨੈਂਸ਼ੀਅਲ ਐਮਰਜੈਂਸੀ। ਠੀਕ ਹੈ, ਤੇ ਹੁਣ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਇਹ ਵੀ ਆਪਣੇ ਲਾਗੇ ਚੁੱਕੀ ਹੈ। ਤੇ ਸਟੇਟ ਐਮਰਜੈਂਸੀ ਜਿਹੜੀਆਂ ਸਟੇਟਸ ਮਤਲਬ ਕੋਈ ਵੀ ਮਤਲਬ ਪ੍ਰੋਬਲਮ ਆਉਂਦੀ ਹੈ ਨਾ, ਉਦੋਂ ਕਿਹੜੀ ਲੱਗਦੀ ਹੈ, ਸਟੇਟ ਐਮਰਜੈਂਸੀ ਲਗਾਈ ਜਾਂਦੀ ਹੈ। ਤੇ ਹੁਣ ਆਪਾਂ ਕੀ ਹੈ ਪਾਰਟਸ ਦੀ ਗੱਲ ਕਰਦੇ ਹਾਂ। ਹੁਣ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਓਰੀਜਨਲ ਕਿੰਨੇ ਪਾਰਟਸ ਸੀ, 22 ਪਾਰਟਸ। ਕਨਸਟੀਟਿਊਸ਼ਨ ਦੇ ਵਿੱਚ ਓਰੀਜਨਲ ਕਿੰਨੇ ਪਾਰਟਸ ਸੀ, 22 ਪਾਰਟਸ। ਤੇ ਹੁਣ ਜਦੋਂ ਅਮੈਂਡਮੈਂਟ ਹੋ ਰਹੀ ਆ ਨਾ, ਹਰ ਵਾਰ ਥੋੜੇ ਟਾਈਮ ਬਾਅਦ ਕੋਈ ਨਾ ਕੋਈ ਅਮੈਂਡਮੈਂਟ ਹੋ ਜਾਂਦੀ ਹੈ। ਤਾਂ ਹੁਣ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕਿੰਨੇ ਪਾਰਟਸ ਹੋ ਗਏ, 25 ਪਾਰਟਸ ਹੋ ਗਏ। ਹੁਣ ਜਿਹੜੇ ਆਪਣੇ DPSP ਆ, DPSP ਕੀ ਹੁੰਦਾ, ਮਤਲਬ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀਜ਼। DPSP ਦਾ ਆਰਟੀਕਲ ਲਿਖਦੇ ਆ 36 ਤੋਂ 51। ਫੰਡਾਮੈਂਟਲ ਡਿਊਟੀਜ਼ ਕਿਹੜੇ ਆਰਟੀਕਲਸ, ਇਹ 51A ਦੇ ਵਿੱਚ ਹੈ। ਤੇ ਫੰਡਾਮੈਂਟਲ ਰਾਈਟ ਦੇ ਆਰਟੀਕਲ ਕਿਹੜੇ, 12 ਤੋਂ 35। ਇਹਦੇ ਵਿੱਚ ਕੀ ਆਪਣੇ ਫੰਡਾਮੈਂਟਲ ਰਾਈਟਸ ਹੈ। ਠੀਕ ਹੈ ਜੀ, ਮਤਲਬ ਹੋ ਗਏ ਨਾ ਕਲੀਅਰ। ਦੇਖੋ ਇੱਕ ਕੁਐਸਚਨ ਦੇ ਨਾਲ ਹੀ ਆਪਾਂ ਕਿੰਨੀਆਂ ਚੀਜ਼ਾਂ ਹੋਰ ਵੀ ਲਰਨ ਕਰ ਲਈਆਂ। ਹੁਣ ਸੈਕੰਡ ਕੁਐਸਚਨ, the inclusion of separate chapter on fundamental duties in constitutional recommended by। ਹੁਣ ਕਹਿੰਦਾ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਆ ਹਨਾ, ਇਹ ਕਿਹਨੇ ਰਿਕਮੈਂਡ ਕੀਤੀਆਂ ਸੀ, ਮਤਲਬ ਇਹ ਕਿਹਨੇ ਕੀਤੀਆਂ ਸੀ, ਸਵਰਨ ਸਿੰਘ ਕਮੇਟੀ ਨੇ। ਸਵਰਨ ਸਿੰਘ ਕਮੇਟੀ ਕਦੋਂ ਬਣੀ ਸੀ, ਮਤਲਬ ਇਹਨੇ ਕਦੋਂ ਕਿਹਾ ਸੀ ਫੰਡਾਮੈਂਟਲ ਡਿਊਟੀਜ਼ ਆਪਣੇ ਕਿਹੜੇ ਆਰਟੀਕਲ ਦੇ ਕਦੋਂ ਕਿੱਥੇ ਆਪਣੇ, ਇਹ 42 ਅਮੈਂਡਮੈਂਟ ਹੋਈ ਸੀ, ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ 42 1976 ਦੇ ਵਿੱਚ। ਜਦੋਂ ਕਿ ਉਦੋਂ ਕੀ ਹੋਇਆ, ਆਪਣੀਆਂ ਫੰਡਾਮੈਂਟਲ ਡਿਊਟੀਜ਼ ਕੀ ਆਪਾਂ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤੀਆਂ ਗਈਆਂ। ਇੱਕ ਫੰਡਾਮੈਂਟਲ ਡਿਊਟੀ ਜਿਹੜੀ 86 ਅਮੈਂਡਮੈਂਟ ਦੇ ਵਿੱਚ ਹੋਈ ਸੀ, ਉਹ ਕਿਹੜੀ ਸੀ ਆਪਣੀ ਫੰਡਾਮੈਂਟਲ ਡਿਊਟੀ, ਮਤਲਬ ਕੀ ਹੈ, ਐਜੂਕੇਸ਼ਨ ਦੇ ਰਿਲੇਟਡ, ਵੀ ਹਰ ਇੱਕ ਬੱਚੇ ਨੂੰ ਕੀ ਆਪਾਂ ਐਜੂਕੇਸ਼ਨ ਦੇਣਾ ਕੀ ਆਪਣਾ ਫਰਜ਼ ਹੈ। ਠੀਕ ਹੈ, 6 ਤੋਂ 14 ਸਾਲ ਦੇ ਬੱਚੇ ਤੱਕ। ਠੀਕ ਹੈ, ਮਤਲਬ ਇਹ ਕੀ ਸੀ 42 ਦੇ ਵਿੱਚ ਆਈਆਂ ਸੀ। ਇੱਕ ਜਿਹੜੀ ਲੇਟੈਸਟ ਫੰਡਾਮੈਂਟਲ ਡਿਊਟੀ ਐਡ ਕੀਤੀ ਉਹ ਕਿਹੜੀ ਕੀਤੀ ਆਪਾਂ, 86 ਅਮੈਂਡਮੈਂਟ ਦੇ ਵਿੱਚ। ਹੁਣ ਸੈਕੰਡ ਆਪਸ਼ਨ ਕੀ ਹੈ, ਰਾਮਨੰਦਨ ਕਮੇਟੀ। ਰਾਮਨੰਦਨ ਕਮੇਟੀ ਕਿਹੜੀ ਸੀ, ਇਹ OBC ਕਮਿਸ਼ਨ ਨਹੀਂ, OBC ਕਮਿਸ਼ਨ ਬਣਿਆ ਸੀ। ਠੀਕ ਹੈ, ਉਹ ਕਮੇਟੀ ਦੇ ਵਿੱਚ ਸੀ 1993 ਦੇ ਵਿੱਚ। ਮਤਲਬ ਜਦੋਂ ਕੀ ਉਹਨਾਂ OBC ਬਾਰੇ ਆਪਾਂ ਇਹਨਾਂ ਨੇ ਕੀਤਾ ਸੀ OBC ਬਾਰੇ, ਤਾਂ ਉਦੋਂ ਇਹਨੇ ਕ੍ਰੀਮੀ ਲੇਅਰ ਆਪਾਂ ਪੜ੍ਹਦੇ ਨਾ OBC ਦੇ ਵਿੱਚ ਕੈਟਾਗਰੀ ਦੇ ਵਿੱਚ, ਤਾਂ ਕ੍ਰੀਮੀ ਲੇਅਰ ਦੀ ਜਿਹੜੀ ਐਕਸਪਲੇਨੇਸ਼ਨ ਦਿੱਤੀ ਸੀ ਉਹ ਕਿਹਨੇ ਦਿੱਤੀ ਸੀ, ਰਾਮਨੰਦਨ ਕਮੇਟੀ ਨੇ ਦਿੱਤੀ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ, ਫੰਡਾਮੈਂਟਲ ਡਿਊਟੀਜ਼ ਇਨ ਇੰਡੀਅਨ ਕਨਸਟੀਟਿਊਸ਼ਨ ਆਰ ਇੰਸਪਾਇਰਡ ਬਾਈ। ਹੁਣ ਫੰਡਾਮੈਂਟਲ ਡਿਊਟੀਜ਼ ਆਪਾਂ ਕਿਹੜੇ ਮਤਲਬ ਕਿਹੜੇ ਕਨਸਟੀਟਿਊਸ਼ਨ ਤੋਂ ਲਈਆਂ, USSR ਤੋਂ। ਹੁਣ USSR ਤਾਂ ਟੁੱਟ ਗਿਆ, ਸੋਵੀਅਤ ਯੂਨੀਅਨ ਹਨਾ, ਤੇ ਹੁਣ ਇਹਦੀ ਥਾਂ ਤੇ ਕਿਹੜੀ ਕੰਟਰੀ ਹੈ, ਇੱਕ ਆਪਣੀ ਸਭ ਤੋਂ ਵੱਡੀ ਕੰਟਰੀ ਕਿਹੜੀ ਇਹਨਾਂ ਦੇ ਵਿੱਚ, ਰਸ਼ੀਆ। ਠੀਕ ਹੈ, ਹੁਣ ਜਿਹੜਾ ਆਸਟ੍ਰੇਲੀਆ ਦਾ ਕਨਸਟੀਟਿਊਸ਼ਨ ਆ, ਹੁਣ ਆਸਟ੍ਰੇਲੀਆ ਦੇ ਆਪਾਂ ਕਨਸਟੀਟਿਊਸ਼ਨ ਤੋਂ ਕੀ ਲਿਆ, ਆਸਟ੍ਰੇਲੀਆ ਦੇ ਕਨਸਟੀਟਿਊਸ਼ਨ ਤੋਂ ਲਈ ਆਪਾਂ ਜੁਆਇੰਟ ਸਿਟਿੰਗ।
ਜੁਆਇੰਟ ਸਿਟਿੰਗ ਕੀ ਹੁੰਦੀ ਹੈ, ਜਦੋਂ ਮਤਲਬ ਕੋਈ ਬਿੱਲ ਆਪਣਾ ਲੜ ਕੇ ਆਉਂਦਾ ਨਾ ਤਾਂ ਪ੍ਰੈਜ਼ੀਡੈਂਟ ਕੀ ਕਰਦਾ, ਜੁਆਇੰਟ ਸਿਟਿੰਗ ਨੂੰ ਬੁਲਾਉਂਦਾ, ਮਤਲਬ ਦੋਨੇ ਲੋਕ ਸਭਾ ਤੇ ਰਾਜ ਸਭਾ ਉਹ ਸਾਰੀਆਂ ਪਾਰਟੀਆਂ ਦੇ ਮੈਂਬਰ ਹੁੰਦੇ ਆ ਜਿਹੜੇ ਹਨਾ, ਉਹ ਤੇ ਡਿਸਕਸ਼ਨ ਕਰਦੇ ਆ ਨਾ, ਲੋਕ ਸਭਾ ਤੇ ਰਾਜ ਸਭਾ ਦੇ ਹੁੰਦੇ ਆ, ਠੀਕ ਹੈ। ਤੇ ਮਤਲਬ ਜਿਹਦੇ ਨਾਲ ਕਿ ਉੱਥੇ ਪਾਰਲੀਮੈਂਟ ਦੇ ਵਿੱਚ ਆਪਾਂ ਬਿੱਲ ਨੂੰ ਕੀ ਆਸਾਨੀ ਨਾਲ ਕੀ ਕਰ ਸਕੀਏ, ਪਾਸ ਕਰਵਾ ਸਕੀਏ। ਤੇ ਜੁਆਇੰਟ ਸਿਟਿੰਗ ਦੀ ਪ੍ਰਧਾਨਗੀ ਕੌਣ ਕਰਦਾ, ਪ੍ਰਧਾਨਗੀ ਮਤਲਬ ਕੌਣ ਕਰਦਾ, ਇਹਦੀ ਸਪੀਕਰ ਕਰਦਾ। ਤੇ ਜੁਆਇੰਟ ਸਿਟਿੰਗ ਦਾ ਆਰਟੀਕਲ ਕਿਹੜਾ, ਆਰਟੀਕਲ 108, ਠੀਕ ਹੈ। ਹੁਣ ਅੱਗੇ ਇੱਕ ਆਪਾਂ ਕੌਨਕਰੈਂਟ ਲਿਸਟ ਲੈਂਦੇ ਹੁੰਦੇ ਨਾ, ਕੌਨਕਰੈਂਟ ਆਪਣੇ ਕਿੰਨੀਆਂ ਤਰ੍ਹਾਂ ਦੀਆਂ ਲਿਸਟਾਂ ਲੈਂਦੇ ਆਪਾਂ, 3 ਤਰ੍ਹਾਂ ਦੀਆਂ। ਤੇ ਕੌਨਕਰੈਂਟ ਲਿਸਟ ਵੀ ਕਿਤੋਂ ਲਈ ਆਪਾਂ, ਆਸਟ੍ਰੇਲੀਆ ਤੋਂ ਲਈ ਹੈ। ਬ੍ਰਿਟਿਸ਼ ਤੋਂ ਹਨਾ ਆਪਾਂ ਕੀ ਲਿਆ, ਸਿੰਗਲ ਸਿਟੀਜ਼ਨਸ਼ਿਪ ਲਈ ਹੈ। ਬ੍ਰਿਟਿਸ਼ ਤੋਂ ਕੀ ਲਿਆ, ਸਿੰਗਲ ਸਿਟੀਜ਼ਨਸ਼ਿਪ। ਹੋਰ ਕੀ ਲਿਆ ਆਪਾਂ, ਰੂਲ ਆਫ ਲਾ ਵੀ ਆਪਾਂ ਕਿਤੋਂ ਲਿਆ, ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ ਲਿਆ। ਤੇ ਹੁਣ ਆਪਣਾ ਆ ਗਿਆ ਅੱਗੇ ਕੈਨੇਡੀਅਨ। ਹੁਣ ਇਹਨਾਂ ਤੋਂ ਆਪਾਂ ਕੀ ਲਿਆ, ਫੈਡਰਲ ਸਿਸਟਮ ਵਿਦ ਸਟਰੋਂਗ ਸੈਂਟਰ, ਫੈਡਰਲ ਸਿਸਟਮ ਵਿਦ ਸਟਰੋਂਗ ਸੈਂਟਰ। ਮਤਲਬ ਫੈਡਰਲ ਸਿਸਟਮ ਕੀ ਹੈ, ਹਰੇਕ ਸਟੇਟ ਆਪਣੇ ਹੋਊਗੀ ਨਾ, ਮਤਲਬ ਸਟੇਟਾਂ ਕੋਲ ਵੀ ਪਾਵਰਾਂ ਹੋਣਗੀਆਂ, ਪਾਵਰਾਂ ਦੀ ਜਿਹੜੀ ਡਿਵੀਜ਼ਨ ਹੋਊਗੀ ਸੈਂਟਰ ਤੇ ਸਟੇਟ ਦੇ ਵਿੱਚ। ਬਟ ਜਿਹੜੀਆਂ ਮੋਸਟਲੀ ਪਾਵਰਸ ਕਿਹਦੇ ਹੋਣਗੀਆਂ, ਜ਼ਿਆਦਾ ਪਾਵਰਸ ਕਿਹਦੇ ਕੋਲ ਹੋਣਗੀਆਂ, ਆਪਣੇ ਸੈਂਟਰ ਕੋਲ ਹੋਣਗੀਆਂ, ਠੀਕ ਹੈ। ਇਹ ਆਪਾਂ ਕਿੱਥੋਂ ਲਿਆ ਸੀ, ਕੈਨੇਡਾ ਤੋਂ ਲਿਆ ਸੀ, ਠੀਕ ਹੈ। ਹੁਣ ਨੈਕਸਟ ਕੁਐਸਚਨ ਕਹਿੰਦਾ ਮਤਲਬ ਦਾ ਫਸਟ ਬੈਕਵਰਡ ਕਲਾਸ ਕਮਿਸ਼ਨ ਵਾਜ਼, ਹੁਣ OBC ਕਲਾਸ ਜਿਹੜਾ ਕਮਿਸ਼ਨ ਸੀ 1953 ਦੇ ਵਿੱਚ ਬਣਿਆ ਸੀ ਕਹਿੰਦਾ, ਤਾਂ ਇਹਦਾ ਪਹਿਲਾ ਚੇਅਰਮੈਨ ਕੌਣ ਸੀ, ਇਹਦਾ ਪਹਿਲਾ ਚੇਅਰਮੈਨ ਕੌਣ ਸੀ, ਕਾਕਾ ਕਾਲੇਕਰ, ਠੀਕ ਹੈ। ਉਦੋਂ ਮਤਲਬ ਇਹਦਾ ਚੇਅਰਮੈਨ ਕੌਣ ਸੀ, ਕਾਕਾ ਕਾਲੇਕਰ, ਕਦੋਂ, 1953 ਦੇ ਵਿੱਚ। ਹੁਣ ਇੱਕ ਆ ਆਪਸ਼ਨ ਹੁੰਦੀ ਹੈ ਦੀਪਕ ਅਟੋਲੇ, ਇਹ ਕੌਣ ਹੈ, ਇਹ ਆਪਣਾ ਜਦੋਂ 2010 ਦੇ ਵਿੱਚ ਕਮਿਸ਼ਨ ਬਣਿਆ ਸੀ ਹਨਾ, ਉਦੋਂ ਕੀ ਸੀ, ਇੱਕ ਮੈਂਬਰ ਸੀ। ਤੇ ਭਗਵਾਨ ਲਾਲ ਸਾਨੀ ਜਿਹੜਾ ਪ੍ਰੈਜ਼ੀਡੈਂਟ ਹੁਣ ਆਪਣਾ OBC ਕਮਿਸ਼ਨ ਆ, ਉਹਦਾ ਚੇਅਰਪਰਸਨ ਕੌਣ ਹੈ, ਭਗਵਾਨ ਲਾਲ ਸਾਨੀ। ਤੇ ਸਵਰਨ ਸਿੰਘ ਦਾ ਆਪਣਾ ਫੰਡਾਮੈਂਟਲ ਡਿਊਟੀਜ਼ ਬਾਰੇ ਜਿਹੜੀ ਕਮੇਟੀ ਬਣੀ ਸੀ, ਉਹਦਾ ਚੇਅਰਮੈਨ ਸੀ, ਠੀਕ ਹੈ। ਇਹ ਤਾਂ ਇਹਦੇ ਨਾਲ ਬਿਲਕੁਲ ਵੀ ਰਿਲੇਟਡ ਹੈ ਨਹੀਂ, ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਹੁਣ ਕੀ ਕਹਿੰਦਾ, ਨੈਕਸਟ ਕੁਐਸਚਨ ਕੀ ਕਹਿੰਦਾ, ਦਾ ਸਪੀਕਰ ਆਫ ਲੋਕ ਸਭਾ ਕੈਨ ਆਸਕ ਏ ਮੈਂਬਰ ਆਫ ਦਾ ਹਾਊਸ ਟੂ ਸਟਾਪ ਸਪੀਕਿੰਗ, ਠੀਕ ਹੈ। ਮਤਲਬ ਲੋਕ ਸਭਾ ਦਾ ਸਪੀਕਰ ਉਹਨੂੰ ਕਹਿ ਸਕਦਾ ਨਾ, ਕਿਸੇ ਵੀ ਮੈਂਬਰ ਨੂੰ ਵੀ ਤੁਸੀਂ ਸਟਾਪ ਕਰ ਦਿਓ ਨਾ ਸਪੀਕਿੰਗ, ਲੈਟ ਅਨਦਰ ਮੈਂਬਰ ਸਪੀਕ, ਵੀ ਹੁਣ ਅਨਦਰ ਮੈਂਬਰ ਬੋਲੇ। ਇਸ ਫਨੋਮੇਨਨ ਨੂੰ ਕੀ ਕਹਿੰਦੇ ਆ, ਜੀਲਡਿੰਗ ਦਾ ਫਲੋਰ, ਇਹਨੂੰ ਕੀ ਕਹਿੰਦੇ ਆ, ਜੀਲਡਿੰਗ ਦਾ ਫਲੋਰ। ਹੁਣ ਆਪਣੇ ਜਿਹੜੇ CM ਸਾਹਿਬ ਆ, CM ਕੌਣ ਆਪਣਾ, ਭਗਵੰਤ ਮਾਨ, ਤੁਸੀਂ ਦੇਖਿਆ ਨਾ ਲੋਕ ਸਭਾ ਦੇ ਵਿੱਚ ਕੀ ਸੀ, ਕਿੰਨਾ ਮਤਲਬ ਇਹ ਬੋਲਦੇ ਸੀ ਨਾ, ਹਰ ਇੱਕ ਟੌਪਿਕ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਸੀ। ਤੇ ਇਹਨਾਂ ਨੂੰ ਸਪੀਕਰ, ਪਰ ਇਹਨਾਂ ਦੀ ਪਾਰਟੀ ਕਿਹੜੀ ਸੀ, ਇਹਨਾਂ ਦੀ ਪਾਰਟੀ ਦੇ ਲੋਕ ਸਭਾ 'ਚ ਮੈਂਬਰ ਕਿੰਨੇ ਸੀ, ਇਹ ਇਕੱਲੇ ਸੀ। ਇਹਨਾਂ ਨੂੰ ਟਾਈਮਿੰਗ ਤਾਂ ਘੱਟ ਹੁੰਦੀ ਸੀ, ਬਟ ਇਹ ਕੀ ਕਰਦੇ ਸੀ, ਮਤਲਬ ਇਹ ਆਪਣੀ ਘੱਟ ਟਾਈਮਿੰਗ ਦੇ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਸੀ। ਤੇ ਕਈ ਵਾਰ ਆਪਣੇ ਟਾਈਮ ਤੋਂ ਜਿੰਨਾ ਇਹਨਾਂ ਨੂੰ ਟਾਈਮ ਅਲਾਟ ਕੀਤਾ ਹੁੰਦਾ, ਉਸ ਤੋਂ ਜ਼ਿਆਦਾ ਟਾਈਮ ਲੈ ਲੈਂਦੇ ਸੀ। ਤਾਂ ਉਸ ਟਾਈਮ ਕੀ ਕਰਦਾ ਸਪੀਕਰ, ਇਹਨਾਂ ਨੂੰ ਕੀ ਕਰ ਸਕਦਾ ਸੀ, ਸਟਾਪ ਕਰ ਸਕਦਾ ਸੀ, ਕਿਉਂਕਿ ਮਤਲਬ ਕਿਸੇ ਹੋਰ ਮੈਂਬਰ ਦੀ ਸਪੀਕਰ ਬੋਲਣ ਦੀ ਟਰਮ ਆ ਗਈ, ਠੀਕ ਹੈ। ਉਹਨੂੰ ਕੀ ਕਹਿੰਦੇ, ਜੀਲਡਿੰਗ ਦਾ ਫਲੋਰ। ਨੈਕਸਟ ਕੁਐਸਚਨ ਦੇਖੋ। ਹੁਣ ਨੈਕਸਟ ਕੁਐਸਚਨ ਦੇ ਵਿੱਚ ਕੀ ਹੈ, ਬਾਈ ਵਿਚ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਬਾਈ ਦਾ ਨੰਬਰ ਆਫ ਲੋਕ ਸਭਾ ਸੀਟਸ ਇੰਕਰੀਜ਼ਡ ਫਰੋਮ 525 to 542, ਕਹਿੰਦਾ ਮਤਲਬ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਹਨਾ, ਇਹ ਵਧਾ ਕੇ 525 ਤੋਂ 545 ਕਦੋਂ ਕਰ ਦਿੱਤੀਆਂ, ਇਹ ਕਿਹੜੇ ਦੇ ਵਿੱਚ ਕੀਤੀਆਂ ਸੀ, C ਆਪਸ਼ਨ। 31st ਕਨਸਟੀਟਿਊਸ਼ਨਲ ਅਮੈਂਡਮੈਂਟ 1973 ਦੇ ਵਿੱਚ ਕੀ ਹੈ, ਇਹ ਸੀਟਾਂ ਦੀ ਗਿਣਤੀ ਕੀ ਕਰਤੀ ਸੀ, ਆਪਾਂ ਵਧਾ ਦਿੱਤੀ ਸੀ, ਠੀਕ ਹੈ, ਆਪਣੀ ਪਾਰਲੀਮੈਂਟ ਨੇ। ਹੁਣ ਜਿਹੜੀ 42nd ਅਮੈਂਡਮੈਂਟ ਹੈ, ਇਹਨੂੰ ਕੀ ਕਹਿੰਦੇ, 42nd ਅਮੈਂਡਮੈਂਟ ਨੂੰ ਹੋਰ ਵੀ ਕੀ ਕਹਿੰਦੇ ਆ, ਮਿੰਨੀ ਕਨਸਟੀਟਿਊਸ਼ਨ ਕਹਿੰਦੇ ਆ। ਇਹਨੂੰ ਹੋਰ ਕੀ ਨਾਂ ਤੋਂ ਜਾਣਿਆ ਜਾਂਦਾ, ਮਿੰਨੀ ਕਨਸਟੀਟਿਊਸ਼ਨ। ਜਦੋਂ 42nd ਅਮੈਂਡਮੈਂਟ ਹੋਈ, 42nd ਅਮੈਂਡਮੈਂਟ ਹੋਈ ਸੀ ਹਨਾ, ਤੇ ਉਦੋਂ ਆਪਣਾ PM ਕੌਣ ਸੀ, ਉਦੋਂ PM ਕੌਣ ਸੀ, ਇੰਦਰਾ ਗਾਂਧੀ। ਤੇ 44th ਅਮੈਂਡਮੈਂਟ 'ਚ ਕੀ ਹੋਇਆ ਸੀ, ਸਭ ਤੋਂ ਵੱਡਾ ਰਾਈਟ ਟੂ ਪ੍ਰੋਪਰਟੀ ਨੂੰ ਕੀ ਕਰਤਾ ਸੀ, ਫੰਡਾਮੈਂਟਲ ਰਾਈਟ ਦੀ ਕੈਟਾਗਰੀ ਚੋਂ ਕੱਢ ਕੇ ਕੀ ਬਣਾਤਾ ਸੀ, ਇਹ ਇੱਕ ਲੀਗਲ ਰਾਈਟ ਬਣਾਤਾ ਸੀ। ਰਾਈਟ ਟੂ ਪ੍ਰੋਪਰਟੀ ਦਾ ਆਰਟੀਕਲ ਕੀ ਸੀ, 31 ਸੀ। ਆਰਟੀਕਲ 30 ਕਿਹਦਾ ਸੀ, ਰਾਈਟ ਟੂ ਪ੍ਰੋਪਰਟੀ ਦਾ ਸੀ। ਤੇ ਇਸ ਟਾਈਮ 44th ਅਮੈਂਡਮੈਂਟ ਤੇ ਆਪਣਾ PM ਕੌਣ ਸੀ, ਉਦੋਂ ਸਰਕਾਰ ਆਪਣੀ ਕੀ ਹੈ, ਚੇਂਜ ਹੋ ਗਈ ਸੀ, ਠੀਕ ਹੈ। ਉਦੋਂ PM ਕੌਣ ਸੀ, ਆਪਣਾ ਮੋਰਾਰਜੀ ਦੇਸਾਈ ਸੀ PM, ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ। Which of the following constitutional amendment gave a constitutional status to urban bodies? Okay. ਹੁਣ ਅਰਬਨ ਬੋਡੀਜ਼ ਮਤਲਬ ਸ਼ਹਿਰੀ ਹਨਾ, ਲੋਕਲ ਬੋਡੀਜ਼ ਹਨਾ, ਤੇ ਇਹ ਆਪਣੇ ਕਿਹਦੇ ਵਿੱਚ ਹੋਈ ਸੀ, 74th ਅਮੈਂਡਮੈਂਟ ਦੇ ਵਿੱਚ ਹੋਇਆ ਸੀ, ਠੀਕ ਹੈ। ਤੇ ਲੋਕਲ ਦਾ 73rd ਦੇ ਵਿੱਚ ਕੀ ਹੋਇਆ ਸੀ, ਵਿਲੇਜ
ਲੈਵਲ ਹੋਇਆ ਸੀ। ਇਹ ਕਿਹੜੇ ਚ ਹੋਇਆ 73rd ਦੇ ਵਿੱਚ ਹੋਇਆ, 74 ਦੇ ਵਿੱਚ ਕੀ ਹੋਇਆ ਸੀ ਅਰਬਨ ਦਾ। ਇਹਦਾ ਆਰਟੀਕਲ ਕੀ ਹੈ, ਆਰਟੀਕਲ 243 ਤੋਂ ਸਟਾਰਟ ਹੁੰਦੇ ਆ, ਠੀਕ ਹੈ। 243 O ਤੋਂ ਲੈ ਕੇ 243 ZD ਤੱਕ ਅਸੀਂ, ਠੀਕ ਹੈ। ਇਹ ਕਹਿੰਦੇ ਆਰਟੀਕਲ ਆਪਣੇ 74th ਅਮੈਂਡਮੈਂਟ ਦੇ ਵਿੱਚ ਜਿਹੜੇ ਮਿਊਨਿਸਪਲ ਕਮੇਟੀਜ਼ ਅਰਬਨ ਬੋਡੀਜ਼ ਆ ਜਾਂਦੀਆਂ, ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨਾ ਅਰਬਨ ਬੋਡੀਜ਼। ਇਹ ਆਪਾਂ ਤੁਹਾਨੂੰ ਅੱਗੇ ਕਿਸੇ ਹੋਰ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਮੈਂ ਇਹਨਾਂ ਬਾਰੇ ਵੀ ਦੱਸ ਦੂੰਗਾ। ਉਹਦੇ ਵਿੱਚ ਇਹ ਕੀ ਹੈ, ਇਹਨਾਂ ਦੀ ਗੱਲ ਹੁੰਦੀ ਹੈ 74th ਅਮੈਂਡਮੈਂਟ ਦੇ ਵਿੱਚ। ਹੁਣ ਨੈਕਸਟ ਕੁਐਸਚਨ ਆ ਗਿਆ, ਬਾਈ ਵਿਚ ਦਾ ਫੋਲੋਇੰਗ ਅਮੈਂਡਮੈਂਟ ਐਕਟ ਆਫ ਦਾ ਕਨਸਟੀਟਿਊਸ਼ਨ ਦਾ ਪੰਚਾਇਤੀ ਰਾਜ ਸਿਸਟਮ ਰਿਗਾਰਡ ਦਾ ਕਨਸਟੀਟਿਊਸ਼ਨ ਸਟੇਟਸ। ਪੰਚਾਇਤੀ ਰਾਜ ਸਿਸਟਮ ਕਿਹੜੀ ਅਮੈਂਡਮੈਂਟ ਦੇ ਵਿੱਚ ਹੋਇਆ ਸੀ 73rd ਦੇ ਵਿੱਚ, ਤੇ ਅਰਬਨ ਬੋਡੀਜ਼ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ, ਇਹ ਕਿਹਦੇ ਵਿੱਚ ਹੋਇਆ ਸੀ 74th ਅਮੈਂਡਮੈਂਟ ਦੇ ਵਿੱਚ, ਠੀਕ ਹੈ। ਹੁਣ ਨੈਕਸਟ ਕੁਐਸਚਨ ਦੇਖੋ, ਦਾ ਟਰਮ ਗ੍ਰਾਮ ਸਭਾ ਡਿਨੋਟਸ। ਗ੍ਰਾਮ ਸਭਾ ਇੱਕ ਤਾਂ ਹੁੰਦੀ ਆਪਣੀ ਪੰਚਾਇਤ ਹੈ ਨਾ, ਇਹ ਗ੍ਰਾਮ ਸਭਾ ਪੰਚਾਇਤ ਆਪਣੇ ਜੋ ਵੀ ਪਿੰਡ ਲੈਵਲ ਦੇ ਮੈਚ ਲੈਂਦੇ ਆ, ਤੇ ਇੱਕ ਆਪਣੇ ਨਾ ਕਈ ਵਾਰ ਤੁਸੀਂ ਸੁਣਿਆ ਪਿੰਡ ਦੇ ਵਿੱਚ ਕੀ ਬੁਲਾਈ ਜਾਂਦੀ ਹੈ, ਗ੍ਰਾਮ ਸਭਾ ਦੀ ਮੀਟਿੰਗ ਹੁੰਦੀ ਹੈ। ਗ੍ਰਾਮ ਸਭਾ ਦੀ ਮੀਟਿੰਗ ਦੇ ਵਿੱਚ ਕੌਣ ਹਿੱਸਾ ਲੈ ਸਕਦਾ, ਕੌਣ ਹੁੰਦਾ ਇਹ 'ਚ ਇਲੈਕਟੋਰਲ ਕਾਲਜ ਫॉर ਪੰਚਾਇਤ, ਮਤਲਬ ਜਿਨ੍ਹਾਂ ਨੇ ਮਤਲਬ ਜਿਹੜੇ ਪੰਚਾਇਤ ਨੂੰ ਵੋਟਾਂ ਪਾਉਂਦੇ ਆ, ਮਤਲਬ ਜਿਹੜੇ ਪਿੰਡ ਦੇ ਜੋ ਵੀ ਵੋਟਰ ਹੈ ਹਨਾ, ਉਹ ਕੀ ਸਾਰੇ ਇਹਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਹਿੱਸਾ ਲੈ ਸਕਦੇ ਆ। ਫਿਰ ਇਹਦੇ ਵਿੱਚ ਆ ਤਾਂ ਨਹੀਂ ਹੋ ਸਕਦਾ ਇਲੈਕਟਰ ਮੈਂਬਰ ਆਫ ਪੰਚਾਇਤ ਕੀ ਹੋ ਗਿਆ, ਜਿਹੜੇ ਆਪਣੇ ਦੁਆਰਾ ਪੰਚਾਇਤ ਆਪਣੀ ਬਣਾਈ ਗਈ, ਆਪਣੇ ਮੈਂਬਰ ਚੁਣੇ ਗਏ ਆ। ਪੋਪੂਲੇਸ਼ਨ ਆਫ ਵਿਲੇਜ, ਇਹਦੇ ਵਿੱਚ ਤਾਂ ਬਹੁਤ ਸਾਰੇ ਨਾਨ ਵੋਟਰ ਵੀ ਆ ਜਾਂਦੇ ਹਨ, ਇਹ ਵੀ ਨਹੀਂ ਹੋ ਸਕਦਾ। ਸੀਨੀਅਰ ਸਿਟੀਜ਼ਨ ਆਫ ਵਿਲੇਜ, ਨਹੀਂ ਇਹ ਵੀ ਨਹੀਂ ਹੋ ਸਕਦਾ, ਠੀਕ ਹੈ। ਤਾਂ ਆਪਣੀ ਆਪਸ਼ਨ ਕਿਹੜੀ ਸਹੀ ਆ ਗਈ, ਸੀ ਆਪਸ਼ਨ ਕੀ ਆਪਣੀ, ਠੀਕ ਹੈ। ਨੈਕਸਟ ਕੁਐਸਚਨ ਦੇਖੋ, ਆਰਟੀਕਲ 359 of the constitution authorized the president of India to suspend the right to move any court for the enforcement of fundamental rights during emergency। ਮਤਲਬ ਜਿਹੜਾ ਮਤਲਬ ਆਪਣਾ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਨਾ, ਇਹ ਕਦੋਂ ਸਾਰੇ ਮਤਲਬ ਇਹ ਸਸਪੈਂਡ ਕਰਦਾ ਆਰਟੀਕਲ, ਜਦ ਕਿਹੜੀ ਐਮਰਜੈਂਸੀ ਦੌਰਾਨ ਸਸਪੈਂਡ ਹੁੰਦੇ ਆ, ਇਹ ਆਪਣੀ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਸਸਪੈਂਡ ਹੁੰਦੇ ਆ। ਪਰ ਆਪਣੇ ਦੋ ਆਰਟੀਕਲ ਅਜਿਹੇ ਆ ਜਿਹੜੇ ਕਿਸੇ ਵੀ ਐਮਰਜੈਂਸੀ ਦੌਰਾਨ ਕੀ ਸਸਪੈਂਡ ਨਹੀਂ ਹੁੰਦੇ, 20 ਤੇ 21, ਠੀਕ ਹੈ। ਇਹ ਆਰਟੀਕਲ ਤੁਸੀਂ ਪੜ੍ਹ ਲੈਣੇ, ਇਹਨਾਂ ਦੇ ਵਿੱਚ ਕੀ ਹੈ ਡਿਟੇਲ ਦਾ, ਤੁਸੀਂ ਇਹਨਾਂ ਦੀ ਇਹਨੂੰ ਡਿਟੇਲ ਮੈਸੇਜ ਕਰ ਦੇਣੀ ਹੈ, 20 ਤੇ ਆਰਟੀਕਲ 21 ਦੇ ਵਿੱਚ ਕੀ ਡਿਟੇਲ ਦਿੱਤੀ ਹੋਈ ਹੈ, ਠੀਕ ਹੈ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਨਾਂ ਦੀ ਡਿਟੇਲ ਵੀ ਦੱਸ ਦੂੰਗਾ। ਇਹ ਫੇਲਰ ਆਫ ਕਨਸਟੀਟਿਊਸ਼ਨਲ ਮਸ਼ੀਨਰੀ ਇਨ ਸਟੇਟਸ, ਇਹ ਕਿਹੜੀ ਐਮਰਜੈਂਸੀ ਹੋਦੀ ਹੈ, ਸਟੇਟ ਐਮਰਜੈਂਸੀ ਹੋਗੀ। ਇਹ ਕਿਹੜੀ ਐਮਰਜੈਂਸੀ ਹੋਗੀ, ਇਹ ਫਾਈਨੈਂਸ਼ੀਅਲ ਐਮਰਜੈਂਸੀ ਹੋਗੀ, ਠੀਕ ਹੈ। ਇਹ ਕਾਹਦੇ ਵਿੱਚ ਹੁੰਦਾ ਨੈਸ਼ਨਲ ਐਮਰਜੈਂਸੀ ਦੇ ਵਿੱਚ, ਠੀਕ ਹੈ ਜੀ। ਹੁਣ ਨੈਕਸਟ ਕੁਐਸਚਨ, the concept of judicial review in our constitution has been taken from the constitution of judicial review। ਹੁਣ ਇਹ ਕਹਿੰਦਾ ਜੁਡੀਸ਼ੀਅਲ ਰਿਵਿਊ ਹੈ ਜਿਹੜਾ, ਇਹ ਆਪਾਂ ਕਿਹੜੀ ਕੰਟਰੀ ਤੋਂ ਲਿਆ ਗਿਆ, ਇਹਨੂੰ ਆਪਾਂ ਲਿਆ ਇੰਗਲੈਂਡ USA ਤੋਂ। ਜੁਡੀਸ਼ੀਅਲ ਰਿਵਿਊ ਕੀ ਆਪਾਂ ਕਿਤੋਂ ਲਿਆ, USA ਤੋਂ। ਹੁਣ ਆਪਾਂ USA ਤੋਂ ਹੋਰ ਕੀ ਲਿਆ ਹੋਇਆ, USA ਤੋਂ ਆਪਾਂ ਹੋਰ ਕੀ ਲਿਆ ਹੋਇਆ, USA ਤੋਂ ਲਿਆ ਆਪਾਂ ਰਿਮੂਵਲ ਜਾਂ ਇੰਪੀਚਮੈਂਟ ਪ੍ਰੋਸੈਸ ਆਫ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ। ਇਹ ਕਿਤੋਂ ਲਿਆ, USA ਤੋਂ। ਇੰਗਲੈਂਡ ਬਾਰੇ ਤਾਂ ਆਪਾਂ ਡਿਸਕਸ ਕਰ ਹੀ ਚੁੱਕੇ ਆ ਨਾ ਪਹਿਲਾਂ, ਸਿੰਗਲ ਸਿਟੀਜ਼ਨਸ਼ਿਪ, ਰੂਲ ਆਫ ਲਾ। ਕੈਨੇਡਾ ਦੇ ਬਾਰੇ ਵੀ ਆਪਾਂ ਨਾ ਗੱਲ ਕਰ ਚੁੱਕੇ ਆ, ਕੈਨੇਡਾ ਤੋਂ ਕੀ ਲਿਆ ਸੀ ਆਪਾਂ, ਫੈਡਰਲ ਸਿਸਟਮ ਵਿਦ ਸਟਰੋਂਗ ਸੈਂਟਰ। ਆਸਟ੍ਰੇਲੀਆ ਤੋਂ ਕੀ ਲਿਆ ਸੀ ਆਪਾਂ, ਕੌਨਕਰੰਟ ਲਿਸਟ। ਲਿਸਟਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, 3 ਤਰ੍ਹਾਂ ਦੀਆਂ ਹੁੰਦੀਆਂ, ਕੌਨਕਰੰਟ, ਸਟੇਟ ਲਿਸਟ ਤੇ ਯੂਨੀਅਨ ਲਿਸਟ, ਠੀਕ ਹੈ ਜੀ। ਮਤਲਬ ਸਮਝ ਆ ਰਿਹਾ ਨਾ, ਮੈਨੂੰ ਇਹਦਾ ਕਮੈਂਟ ਜ਼ਰੂਰ ਕਰ ਦਿਓ। ਨੈਕਸਟ ਕੁਐਸਚਨ, ਫੈਡਰਲ ਸਿਸਟਮ ਦੇਖੋ, ਉਹੀ ਚੀਜ਼ਾਂ ਮੈਂ ਜਿਹੜੀਆਂ ਤੁਹਾਨੂੰ ਗੱਲਾਂ ਪਹਿਲਾਂ ਮੈਂ ਦੱਸੀਆਂ ਉਹੀ ਗੱਲਾਂ ਰਿਪੀਟ ਹੋ ਰਹੀਆਂ। ਫੈਡਰਲ ਸਿਸਟਮ ਵਿਦ ਸਟਰੋਂਗ ਸੈਂਟਰ, ਇਹ ਆਪਾਂ ਹੁਣ ਕਿਤੋਂ ਲਿਆ ਸੀ, ਇਹ ਵੀ ਆਪਾਂ ਕੈਨੇਡਾ ਤੋਂ ਲਿਆ ਸੀ, ਠੀਕ ਹੈ ਜੀ। ਨੈਕਸਟ ਕੁਐਸਚਨ, ਹੁਣ ਕਹਿੰਦਾ the idea of including the emergency provision in the constitution Indian has been borrowed from the ਮਤਲਬ ਇੰਡੀਆ ਨੇ ਜਿਹੜੀਆਂ ਐਮਰਜੈਂਸੀ ਪ੍ਰੋਵੀਜ਼ਨ ਆਪਾਂ ਕਿਹੜੇ ਤੋਂ ਲਈਆਂ ਸੀ, ਕਿਹੜੇ ਕੰਟਰੀ ਤੋਂ ਲਈਆਂ ਸੀ, ਬਿਮਰ ਕਿਹੜੀ ਕੰਟਰੀ ਦਾ ਕਨਸਟੀਟਿਊਸ਼ਨ ਹੈ, ਜਰਮਨੀ ਦਾ। ਇਹ ਵੀ ਆਪਣਾ ਕੁਐਸਚਨ ਕੀ ਹੈ, ਰਿਪੀਟ ਹੋ ਗਿਆ, ਠੀਕ ਹੈ। ਇਹਨਾਂ ਬਾਰੇ ਦੂਜਿਆਂ ਬਾਰੇ ਤਾਂ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ। ਨੈਕਸਟ ਕੁਐਸਚਨ, ਇਹ ਪ੍ਰੈਜ਼ੀਡੈਂਟ, ਅੱਛਾ ਫਾਰਮਸ ਆਫ ਗਵਰਨਮੈਂਟ, ਠੀਕ ਹੈ। ਮਤਲਬ ਗਵਰਨਮੈਂਟ ਆਪਣੀਆਂ ਜਿਹੜੀਆਂ ਮਤਲਬ ਆਪਣੀਆਂ ਸਰਕਾਰਾਂ ਹੁੰਦੀਆਂ ਨਾ, ਸਰਕਾਰਾਂ ਦੀ ਚੋਣ ਹੁੰਦੀ ਹੈ। ਮਤਲਬ ਇਹ ਕਿੰਨੇ ਤਰ੍ਹਾਂ ਦੇ ਆਪਾਂ ਸਿਸਟਮ ਨਾਲ ਆਪਾਂ ਚੱਲਦੇ ਹਾਂ। ਹੁਣ ਪ੍ਰੈਜ਼ੀਡੈਂਸ਼ੀਅਲ ਫਾਰਮ ਕਿਹੜੀ ਹੁੰਦੀ, ਪ੍ਰੈਜ਼ੀਡੈਂਸ਼ੀਅਲ ਸਿਸਟਮ ਕੀ ਹੁੰਦਾ, ਸੈਪਰੇਸ਼ਨ ਆਫ ਪਾਵਰ। ਇਹਨੂੰ ਮਤਲਬ ਮਿਲਾਉਣਾ ਹੀ ਆਪਾਂ ਨਾ, ਪਹਿਲਾ ਹੋ ਗਿਆ
पार्लियामेंट्री सिस्टम क्या, क्लोज रिलेशनशिप बिटवीन एग्जीक्यूटिव एंड लैगिस्लेटिव, ठीक है, मतलब दोनों का की है एक रिलेशनशिप बनता है। फैडरल सिस्टम बारे आप पहले ही कर चुके हैं कि होंगे डिवीजन ऑफ पावर। यूनिटरी सिस्टम कंसनट्रेशन ऑफ पावर, ठीक है। चारों बारे तुसीं माड़ा जिहा डिटेल दे विच होर भी मैं तुहानूं दस दूंगा नैक्सट वीडियो दे विच, आपां किसी दे वीडियो दे विच आपां इहदी पूरे टॉपिक की डिटेल ही करांगे। हुण नैक्सट क्वेश्चन, विच ऑफ द फॉलोइंग आर द फीचर पार्लीमेंटरी फॉर्म ऑफ गवर्नमेंट इन इंडिया। इंडिया विच जिहड़ी गवर्नमेंट चुनी जाती है पार्लीमेंटरी फॉर्म ऑफ गवर्नमेंट आपां चुनते हैं। हुण इहदे विच की हुंदा प्रेजेंस ऑफ नॉमिनल एंड रियल एग्जीक्यूटिव हुंदा ना, ये मतलब नॉमिनल की हुंदा अपना प्रेजिडेंट हुंदा, रियल एग्जीक्यूटिव कौन हुंदा अपना पीएम हुंदा, ठीक है, ये हो गया ਇਹਦਾ सही है। फिर कलैक्टिव रिस्पोंसिबिलिटी, हुण अपना जिहड़ा मंत्री मंडल है मतलब कैबिनेट अपनी वो किहनूं रिस्पोंसिबल हुंदी है, वो अपनी पार्लीमेंट नूं रिस्पोंसिबल, ਉਹਦੀ रिस्पोंसिबिलिटी किहदी हुंदी है, पार्लीमेंट नूं रिस्पोंसिबल हुंदी है, जवाबदेह किहनूं हुंदी है, वो पार्लीमेंट नूं। ये भी अपने सिस्टम च हैगा। फिर मेजोरिटी ऑफ पार्टी रूल, हुण देखो रूल किहड़ी पार्टी करदी है, जिहड़ी पार्टी कोल मेजोरिटी है। हुण अपने इंडिया दे विच किहड़ी पार्टी कोल मेजोरिटी है, बीजेपी कोले, है ना, बीजेपी गठबंधन है जिहड़ा एनडीए, इन्हां कोल मेजोरिटी है। ये की है हुण रूल कर रहा पंजाब दे विच, कौन रूल कर रहा, जिहड़ी पार्टी किहदे कोल मेजोरिटी है, आम आदमी पार्टी कोल मेजोरिटी है, ते पंजाब दे विच की है, ये रूल कर रहा। तो फिर इहदा मतलब ऑप्शन अपनी किहड़ी ठीक हुई, डी ऑप्शन की होगी अपनी ठीक होगी। नैक्सट क्वेश्चन, द इंग्लिश क्राउन इज एन एग्जाम्पल ऑफ। इंग्लिश क्राउन, ਹੁਣ ਤੁਸੀਂ ਦੇਖੋ ਇੰਗਲਿਸ਼ ਕਰਾਉਨ ਮਤਲਬ ਉੱਥੋਂ ਦਾ ਰਾਜਾ, ਹਨਾ, ਇਹ ਕੀ ਆ ਇੱਕ ਆਪਣਾ ਇਹਦਾ ਨੋਮੀਨਲ ਐਗਜ਼ੀਕਿਊਟਿਵ ਆਪਾਂ ਨੂੰ ਪਤਾ ਹੀ ਆ। ਹੁਣ ਆਪਣਾ ਪੀਐਮ ਹੋ ਗਿਆ, ਸੌਰੀ ਆਪਣਾ ਪ੍ਰੈਜ਼ੀਡੈਂਟ ਹੋ ਗਿਆ ਜਾਂ ਇੰਗਲਿਸ਼ ਕਰਾਉਨ, ਇਹ ਕੀ ਨੋਮੀਨਲ ਐਗਜ਼ੀਕਿਊਟਿਵ ਹੈ। ਇਹਨਾਂ ਦੀਆਂ ਸ਼ਕਤੀਆਂ ਦੀ ਵਰਤੋਂ ਕੌਣ ਕਰਦੇ ਆ, ਇਹਨਾਂ ਦੀ ਸ਼ਕਤੀਆਂ ਦੀ ਵਰਤੋਂ ਕੌਣ ਕਰਦਾ, ਪੀਐਮ ਕਰਦਾ। ਤਾਂ ਫਿਰ ਰੀਅਲ ਐਗਜ਼ੀਕਿਊਟਿਵ ਕੌਣ, ਪੀਐਮ ਹੋ ਗਿਆ, ਇਹ ਵੀ ਨਹੀਂ ਹੁੰਦਾ, ਹਨਾ, ठीक है। ये किहड़ा आंसर की आ गया अपना सी ऑप्शन की आ गया अपना नॉमिनेटर तो नहीं होंगे, नॉमिनेटेड तो अपना प्रेजिडेंट है, प्रेजिडेंट अपना नॉमिनेटेड थोड़ा, प्रेजिडेंट की होंगी तो चोण है, पहला पार्टीज इनू नॉमिनेट करदियां भी साडा ये बंदा है ना, साडा ये परसन है जिहड़ा प्रेजिडेंट लई इलैक्शन च खड़ा हो गया, दोनों पार्टियां चोण करदियां। फिर इन्हां नूं कौन वोट्स पाउंदे आ, प्रेजिडेंट नूं अपनी वोटिंग हुंदी है ना, प्रेजिडेंट नूं अपनी वोटिंग हुंदी है, ठीक है। सिंगल ट्रांसफरेबल वोटिंग सिस्टम होंदा है, ਉਹਦੇ ਰਾਹੀਂ वोटिंग ਹੁੰਦੀ ਹੈ। ਫਿਰ ਆਪਣਾ ਕੀ ਹੈ, ਪ੍ਰੈਜ਼ੀਡੈਂਟ ਦੀ ਕੀ ਹੁੰਦੀ ਹੈ, ਆਪਣੇ ਦੀ ਚੋਣ ਹੁੰਦੀ ਹੈ, ਠੀਕ ਹੈ ਰਾਜੇ। ਅੱਜ ਲਈ ਇੰਨਾ ਹੀ, ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੋਲਿਟੀ ਦੇ ਹੋਰ ਵੀ ਨਵੇਂ ਕੁਐਸਚਨ ਲੈ ਕੇ। ਆਪਾਂ ਇੱਕ ਸੀਰੀਜ਼ ਸਟਾਰਟ ਕੀਤੀ ਹੈ ਜਿਹਦੇ ਵਿੱਚ ਆਪਾਂ ਇਸੇ ਤਰ੍ਹਾਂ ਆਪਾਂ ਪੋਲਿਟੀ ਆਪਾਂ ਪੂਰੀ ਡਿਟੇਲ ਦੇ ਵਿੱਚ ਕੀ ਆਪਾਂ ਕਰਨੀ ਹੈ, ਠੀਕ ਹੈ। ਮਿਲਦੇ ਆ ਫਿਰ ਆਪਾਂ ਨੈਕਸਟ ਪਾਰਟ ਲੈ ਕੇ। ਥੈਂਕ ਯੂ।